वाहिगुरु। श्लोक महला तीजा। जिन गुर गोप्या अपना, तिस ठौर ना ठाओ। हालत पलत दोवे गए, दरगह नाही थाओ। ओह वेला हथ ना आवई, फिर सतगुर लगे पाए। सतगुर की गणतै कुसीऐ, दुख दुख विहाय। सतगुर पुरख निर्वैर है, आपे लय जिस लाए। नानक दर्शन जिना विखालियो, तिना दरगे लय छड़ाए। महला तीजा। मन मुख अज्ञान दुर्मत अहंकारी, अंतर क्रोध जुए मत हारी। कूड़ कुसत ओ पाप कमावै, क्या ओ सुने क्या आख सुनावै। अन्ना बोला खोए उजड़ पाए, मन मुख अंधा आवे जाए। बिन सतगुर भेटे थाए न पाए। नानक पूरब लिखया कमाए। पौड़ी। जिनके चित कठोर है, से बहे ना सतगुर पास। ओथे सच वरतदा कुड़ियारा, चित उदास। ओए वल छल कर झत कढ़ दे, फिर जाए बहे कुड़ियारा पास। विच सच्चे कूड़ न गडई, मन विखो को निर्जास। कुड़ियार कुड़ियारी जाए रले, सचियार सिख बैठे सतगुर पास। गुरपुरा जिन सिमरिया, सेई भय निहाल। नानक नाम आराधना, कारज आवे रास। ज़हरा ज़हूर हाजरा हजूर, सर्व कला भरपूर समर्थ गुरु। लोक परलोक दे रखियक भगत वशल, ज्ञान दे सागर बख्शिंद पिता। धन धन श्री गुरु ग्रंथ साहिब महाराज जी, दसां पातशाहियां दी जोत भगतां प्यारियां। फकीरां दी जोत श्री गुरु ग्रंथ साहिब महाराज जी, प्रतख समर्थ गुरु, जिन्हां दी गोद विच सत संगत जी बैठन दा सानू मौका मुड़ मिलिया। कोटान कोट सतगुरु पातशाह जी आप जी दा, आप जी ने सानू समा बख्शिया, चढ़दियां कलां बख्शियां हन। इस योग समझिया आप जी दी गोद विच बैठ के आप जी दी असीस, आप जी दा लाड़ प्यार लै सकी। रोज श्रवण करदे हां साध संगत, भागां तो बिना गुरु नहीं मिलता, भागां तो बिना संगत नहीं मिलती, भागां तो बिना सच्चे सज्जन नहीं मिलते, भागां तो बिना चंगा समा भी नहीं मिलता। बड़े कर्म भाग चंगे ने, समा बन गया। सो जे समा बन गया तो गुरु महाराज दया करके मेहर करके इसनों लेखे विच ला दिओ, तां जो साडा जीवन जिहड़ा है हनेरे दे विच बतीत हो रहा है,
ਉਸ ਨੂੰ ਚਾਨਣ ਮਿਲ ਸਕੇ। ਜਿਹੜੀ ਨਿਰਾਸ਼ਾਵਾਦੀ ਸੋਚ ਲੈ ਕੇ ਜੀਵਨ ਗੁਜ਼ਾਰ ਰਹੇ ਹਾਂ, ਉਹ ਆਸ਼ਾ ਦੀ ਕਿਰਨ ਜਿਹੜੀ ਹੈ ਉਹ ਦਿਸਣ ਲੱਗ ਪਏ। ਜਿਹੜਾ ਸੰਸਾਰ ਸਾਨੂੰ ਸੱਚ ਲੱਗਦਾ ਤੇ ਨਿਰੰਕਾਰ ਦੇ ਬਾਰੇ ਗਿਆਨ ਹੀ ਨਹੀਂ, ਸੰਸਾਰ ਦੇ ਬਾਰੇ ਵੀ ਸਾਨੂੰ ਪਤਾ ਲੱਗ ਜਾਏ ਵੀ ਇਹ ਹੈ ਕੀ, ਨਿਰੰਕਾਰ ਬਾਰੇ ਸਾਨੂੰ ਪਤਾ ਲੱਗ ਜਾਏ ਉਹ ਨਿਰੰਕਾਰ ਹੈ ਕੀ। ਸੇ ਇਹ ਸੋਝੀ ਸੱਚੇ ਪਾਤਸ਼ਾਹ ਮਿਹਰ ਕਰਕੇ ਆਪ ਬਖਸ਼ਿਸ਼ ਕਰ ਦੇਣ। ਆਓ, ਸ਼ਬਦ ਲੰਬਾ ਹੈ ਔਰ ਪੌੜੀ ਵੀ ਹੈ, ਅਸੀਂ ਆਰੰਭ ਕਰਦੇ ਹਾਂ, ਜ਼ਿਆਦਾ ਭੂਮਿਕਾ ਤੇ ਸਮਾਂ ਨਹੀਂ ਲਾਉਂਦੇ। ਸੋ ਤੀਜੇ ਪਾਤਸ਼ਾਹ ਦਾ ਇਹ ਸ਼ਬਦ ਪੰਕਤੀਆਂ ਤੁਸੀਂ ਸਰਵਣ ਕਰ ਲਈਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਹੈ 314 ਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਚਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ, ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਓ। ਗੋਪਿਆ ਦਾ ਮਤਲਬ ਹੁੰਦਾ ਹੈ ਨਿੰਦਿਆ ਕਰਨੀ ਵੀ, ਔਰ ਗੋਪਿਆ ਦਾ ਮਤਲਬ ਹੁੰਦਾ ਹੈ ਵੀ ਆਪਣੇ ਗੁਰੂ ਤੋਂ ਮੁਨਕਰ ਹੋ ਜਾਣਾ, ਆਪਣੇ ਸਤਿਗੁਰ ਤੋਂ ਦੂਰ ਹੋ ਜਾਣਾ, ਜਾਂ ਆਪਣੇ ਸਤਿਗੁਰ ਦੇ ਕਹਿਣੇ ਵਿੱਚ ਨਾ ਰਹਿਣਾ। ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ, ਜੋ ਮਨੁੱਖ ਇਸ ਸੰਸਾਰ ਦੇ ਵਿੱਚ ਆ ਕੇ ਆਪਣੇ ਗੁਰੂ ਤੋਂ ਮੁਨਕਰ ਹੋ ਜਾਂਦੇ ਹਨ, ਜਿਹੜਾ ਮੁਨਕਰ ਹੋਇਆ ਹੁੰਦਾ ਨਾ, ਉਹ ਸਤਸੰਗ ਜੀ ਹਮੇਸ਼ਾ ਦਲੀਲ ਦੇਗਾ ਤੇ ਉਹ ਸਿਫਤ ਨਹੀਂ ਕਰੇਗਾ। ਹੋ ਸਕਦਾ ਕੋਈ ਅਪ ਸ਼ਬਦ ਵੀ ਬੋਲ ਦੇਵੇ। ਗੁਰੂ ਪ੍ਰਤੀ ਵੀ ਧਿਆਨ ਦੇਣਾ। ਜਦੋਂ ਕੋਈ ਨਾਸਤਕ ਬੰਦੇ ਨੂੰ ਪ੍ਰਮਾਤਮਾ ਜਾਂ ਰੱਬ ਦੀ ਗੱਲ ਸੁਣਾਈ ਜਾਵੇ ਤੇ ਉਸ ਦੇ ਅੰਦਰ ਅਗਿਆਨਤਾ ਜਾਂ ਅਹੰਕਾਰ ਇਸ ਕਦਰ ਭਰਿਆ ਹੁੰਦਾ, ਉਹ ਗੁਰੂ ਨੂੰ, ਸਤਿਪੁਰਖ ਨੂੰ, ਗੁਰਮੁਖ ਨੂੰ, ਕਿਸੇ ਧਾਰਮਿਕ ਗ੍ਰੰਥ ਨੂੰ ਅਪ ਸ਼ਬਦ ਬੋਲਣ ਲੱਗਿਆ ਉਹ ਡੇਰ ਨਹੀਂ ਲਾਉਂਦਾ। ਐਸੇ ਮੁਨਕਰ ਲੋਕ, ਐਸੇ ਜਿਨ੍ਹਾਂ ਨੇ ਗੁਰੂ ਗੋਪਿਆ ਆਪਣਾ, ਜਿਨ੍ਹਾਂ ਨੇ ਗੁਰੂ ਨੂੰ ਭੁਲਾਇਆ, ਜਿਨ੍ਹਾਂ ਨੇ ਗੁਰੂ ਕੀ ਨਿੰਦਿਆ ਕੀਤੀ ਹੈ, ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਤਿਸ ਠੌਰ ਨਾ ਠਾਓ। ਉਹਨਾਂ ਨੂੰ ਕਿਧਰੇ ਵੀ ਕਿਸੇ ਵੀ ਕਿਸਮ ਦੀ ਕੋਈ ਵੀ ਜਗ੍ਹਾ ਥਾਂ ਨਹੀਂ ਮਿਲੇ। ਥਾਂ ਪਤਾ ਕਿਹਨੂੰ ਮਿਲਣੀ ਹੈ? ਸੱਚੇ ਛੇਤੀ ਰਤਿਆ ਮਿਲਿਆ ਨੀ ਥਾਵੇ ਥਾਓ। ਜਿਹਦੀ ਸਾਂਝ ਹੀ ਨਹੀਂ ਗੁਰੂ ਨਾਲ, ਜਿਹਦੀ ਕੋਈ ਗੱਲਬਾਤ ਹੀ ਨਹੀਂ ਗੁਰੂ ਨਾਲ, ਉਹਨੂੰ ਥਾਂ ਕਾਹਦੀ ਜੀ? ਉਹਨੂੰ ਥਾਂ ਨਹੀਂ, ਮਾਨ ਉਹਨੂੰ ਹੀ ਮਿਲਣਾ ਜਿਹੜਾ ਨਿਮਾਣਿਆਂ ਦੇ ਮਨ ਨਾਲ ਜੁੜੇਗਾ, ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹੇ, ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੂੰ ਸੁਣੇਗਾ। ਉਹਦਾ ਨਿਤਾਣਿਆਂ ਦਾ ਤਾਣ ਵੀ ਬਣੇਗਾ, ਉਹਦੀ ਪੱਤ ਵੀ ਬਣੇਗਾ, ਉਹਦੀ ਗੱਤ ਵੀ ਹੋਏਗੀ, ਉਸ ਨਿਆਸਰੇ ਨੂੰ ਆਸਰਾ ਵੀ ਮਿਲੇਗਾ। ਤੇ ਜੇ ਹੁਣ ਭਾਈ ਦਾਤੂ ਵਰਗੇ ਮੁਨਕਰੀ ਹੋਏ ਰਹੇ, ਗੁਰੂ ਦਾ ਨੁਕਸਾਨ ਕਰਨ ਵਾਸਤੇ ਹੀ ਸੋਚਦੇ ਰਹੇ, ਜਾਂ ਗੁਰੂ ਦੇ ਲਈ ਅਪਸ਼ਬਦ ਹੀ ਵਰਤਦੇ ਰਹੇ, ਤੇ ਇਤਿਹਾਸ ਸੁਣਾਉਣ ਦਾ ਸਮਾਂ ਨਹੀਂ। ਆਪ ਜੀ ਨੂੰ ਪਤਾ ਹੀ ਹੈ ਵੀ ਉਹਨਾਂ ਨੂੰ ਕੀ ਮਿਲਿਆ ਸੀ। ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਓ। ਗੁਰੂ ਤੋਂ ਕਦੇ ਵੀ ਬੇਮੁਖ ਨਹੀਂ ਹੋਣਾ, ਗੁਰੂ ਤੋਂ ਕਦੇ ਵੀ ਮੁਨਕਰ ਨਹੀਂ ਹੋਣਾ, ਗੁਰੂ ਤੋਂ ਕਦੇ ਵੀ ਸਤਸੰਗ ਜੀ ਅਸੀਂ ਦੂਰ ਨਹੀਂ ਜਾਣਾ, ਭਾਵੇਂ ਜੋ ਕੁਛ ਮਰਜ਼ੀ ਹੋ ਜਾਏ, ਗੁਰੂ ਤੋਂ ਦੂਰ ਨਹੀਂ। ਸੰਸਾਰ ਦੇ ਵਿੱਚ ਇੱਕ ਸੱਚੇ ਪਾਤਸ਼ਾਹ ਹੀ ਹੈ ਜਿਹੜਾ ਸਾਡਾ, ਜਿਹੜਾ ਰੱਖੇਗਾ। ਨਹੀਂ ਕਿਸੇ ਨੂੰ ਪਤਾ ਲੱਗਿਆ ਅਜੇ ਤੱਕ, ਤੇ ਪਤਾ ਲੱਗ ਜਾਏਗਾ। ਰੱਖੇ ਰੱਖਣ ਹਾਰ ਆਪ ਹੀ ਉਵਾਰਿਆ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ। ਇਸ ਕਰਕੇ ਗੁਰੂ ਨੂੰ ਕਦੇ ਵੀ ਛੱਡਣਾ ਨਹੀਂ, ਗੁਰੂ ਨੂੰ ਕਦੇ ਵੀ ਭੁਲਾਉਣਾ ਨਹੀਂ, ਕਿਉਂਕਿ ਗੁਰੂ ਮਹਾਰਾਜ ਜੀ ਨੇ ਲਿਖ ਲਿਖ ਕੇ ਦਿੱਤਾ ਸਾਨੂੰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖ ਕੇ ਰਿਟਨ ਦਿੱਤਾ,
उदां दुनिया नहीं यकीन करती। महाराज जी ने लिख के दे दिता, ओए इत्थे उत्थे रखवाला प्रभ सतगुरु दीन दयाला क्यों घबराउंदे हो? तुहाडे नाल प्रॉमिस है, तुहाडे नाल वायदा है, तुसी गुरु नालों तोड़ियो ना ते गुरु तुहानू हर जगह रखेगा। गुरु तुहानू लोक विच, गुरु तुहानू परलोक विच। जदों सत्संग जी संसार छड़ जाएगा, जद शरीर सानू छड़ जाएगा, जद सब चीज़ां छड़ जाणगियां, फिर केवल गुरु ही रह जाएगा। ते जिन्ने जिउंदे जी जद इस शरीर विच साह प्राण सी, उस समय दौरान गुरु दे नाल अपने आप नूं जोड़िया होएगा। गुरु इन्ना निर्दयी नहीं जिहड़ा साडा साथ ना देवे, साडी सहायता ना करे। सो गुरु अमरदास महाराज जी कहते, जिन्होंने अपने गुरु की निंदिया की जां गुरु तो मुनकर होए, उन्होंने किधरे भी थां नहीं मिली। हालत पलत दोवे गए दरगे ना ही थाओ। उन्होंने लोग ते परलोक दोनों ही खराब हो गए, गवाच गए। तो उन्होंने दरगाह दे विच एक सूई जिन्नी भी थां नहीं मिलती। वो वेला हथ ना आवी, फिर सतगुरु लगे पाए। अजिहे बंदियां नूं फिर वार वार मौका नहीं मिलता। जे बंदा हुण कहे भी मैनूं हुण मौका मिल जाए, तो मौका मुश्किल है। आप जी रोज़ सरवण करते हो, मौका मिलता भागां ते कर्मां नाल। असीं आके बैठे हैं, एवें मौका नहीं मिल गया। गुरु की बड़ी कृपा है, लोग हस्पतालों में तड़फते पे ने। जाके देखो की बनता पिया। लोग रब दे अगे नक रगड़ते ने भी एक बारी बचा लै, मुड़ के तेनू याद करांगे, तेरे तो बगैर साडा कोई हुण साथी नहीं, सानू बचाउण वाला नहीं। इस करके जदों पैंदी है सिर से सत्संग जी, फिर महाराज जी कहते लागी हो सो जाने पीर। जिंदगी दे विच ऐसा समा हर मनुख दे आएगा। इस करके उस समय दे विचों निकलन दे लई गुरु नूं विचोला वकील, जिवें कल दीआं पंक्तियां विच आई सी पंक्ति, गुरु नूं अपना वकील अपना विचोला बना के रख लईए, गुरु छड़ा देगा। वो वेला हथ ना आवे, फिर सतगुरु लगे पाए। महाराज जी कहते फिर वो वेला नहीं आ सकना भी तू हुण मुड़ के अपने सतगुरु दे चरनां च जा सक। जिवें बड़ी बार साखी सुनी है ना भी मूला एक बारी दूर चला गया, तो फिर तरले मारे ओदी घर वाली भी हुण रख लो, हुण इनू जिउंदा कर दो, हुण इनू मेल लाओ, हुण इनू मिला लो, हुण अपने नाल लै जाओ। महाराज जी कहते नहीं, वो वेला हथ ना आवे, फिर सतगुर लगे पाए। ये तेनू वेला मिलिया, सारियां नू वेला नहीं मिलता जी, ते ना ही सारियां नू वेला मिलना। जे मिल चुका है तो बहुत चंगी गल है। बाकी हर एक दी अपनी अपनी जिंदगी है, ते हर एक नूं अपना अपना अधिकार हक है, जो मर्जी कर सकता है। पर जे गुरु दे बचन नूं मन लेगा तो तर जाएगा। सतगुरु की गणते खुशी है, दुखे दुख विहाए। सतगुरु जी दी महाराज जी कहंदे निंदिया जे कोई एक बारी कर जाए तो पातशाह जी कहंदे वो गुरु तो एडी दूर चला जाएगा, खुंझ जाएगा। ओदी सारी जिंदगी ही परेशानियां ते दुखों दे विच बीतेगी। सतगुरु की गणते खुशी है, दुखे दुख विहाए। सतगुरु पुरख निर्वैर है, आपे लय जिस लाए। सतगुरु दयालु है, सतगुरु सूरमे हैं, सतगुरु अंदर निर्वैरता है। इस करके वो सारियां नूं अपने चरनी भाई ला लैंदा है। इस करके तू छड्ड अपनी मन मर्जी ते आ जा। नानक दर्शन जिन्हां विखालियों तिन्हां दरगे लय छड़ाए। जिन्हां नूं परमात्मा दा दर्शन गुरु दी बाणी दा आनंद, गुरु दी बाणी नूं मनना, गुरु दी बाणी दा हुक्म कमाउणा, ये गुरु दा दर्शन है। सो नानक दर्शन जिन्हां विखालियां तिन्हां दरगे लय छड़ाए। उन्हां नूं महाराज जी कहंदे दरगाह दे विचों परमात्मा छड़ा लैंदा है। जिथे लिखे हुंदे ने उथों बचा लैंदा है। महला तीजा।
मनमुख अज्ञान दुर्मत अहंकारी। मनमुख इंसान दे बारे गुरु अमरदास जी फरमान कर रहे हैं, मनमुख अज्ञान महाराज जी कहते दुरमत अहंकारी। जिवें शुरू च तुसीं सरवण कीता है ना, मनमुख इंसान जिहड़ा वो खोटी बुद्धि वाला हुंदा, विचारहीन हुंदा, वो कोई भी गल जिहड़ी है उहनूं विचार दे नाल समझना नहीं चाहुंदा, वो अपनी मन मत नूं अगे करेगा, तुहाडी गल सुनेगा नहीं, समझेगा नहीं। मनमुख अज्ञान दुर्मत अहंकारी, अंतर क्रोध जुए मत हारी। उस दे मन विच इन्ना क विषयां करके, विकारां करके, दुनिया दे रसां करके वो मन उहदा क्रोधित, मन उहदा परेशान हुंदा कि अपने इस जन्म नूं, अपनी अकल नूं जिवें कोई जुए दे विच सब कुछ हार जांदा, इस तरह महाराज जी कहंदे अपनी अकल नूं गवा लैंदा। अंतर क्रोध जुए मत हारी, अपनी मत नूं जिवें जुआरी जुए दे विच पैसे धन जां होर चीज़ां हरा दिंदा है, इसे तरह वो अपनी मत नूं हरा दिंदा है। कौन? अज्ञानी मनमुख। कूड़ कुश्त ओ पाप कमावे, ते ओ कमाई किहड़ी करदा? झूठ दी। वो झूठ दी खट्टी खा के ही खुश रहिंदा है। कूड़ कुसत ओ पाप कमावे, झूठ फरेब ते पापां वाले कम करदा, ये कमाई करदा। क्या वो सुने, क्या आख सुनावे। सो पातशाह जी फरमान करदे हन, ऐसे मनुख दे बारे की गल कीती जाए, ओ ना किसे दी सुनदा ते ना किसे दी ओ मनदा। क्या वो सुने, क्या आख सुनावे। उन्हें आखे लगना नहीं, क्यों? अन्ना बोला कोई उजड़ पाए, क्योंकि वो अन्ना होया हुंदा, वो बोला होया हुंदा, वो कुराहे पै के अज्ञानता दे वस अन्ना अहंकार करके वो बोला भी होया हुंदा, किसे दी गल वो सुनदा नहीं, अपनियां बथेरियां सुना दिंदा ते अपनी मर्जी दे नाल चलदा और कहता मैं सुजाखा, पर नहीं वो अन्ना हुंदा। मनमुख अंधा आवे जाए। अन्ना मनुख जिहड़ा ऐसा जिहड़ा मनमुख अन्ना कुराहे पिया होया, मनमुख अंधा आवे जाए, नित जमदा ते नित मरदा, बिन सतगुरु भेटे थाए ना पाए। सतगुरु तो मिलन तो बिना महाराज जी कहंदे वो कबूल नहीं हो सकदा, उन्होंने थां नहीं मिल सकती। नानक पूर्व लिखिया कमाए। पातशाह जी फरमान करते हैं, मुढ़ तो जो कर्म लिखे गए हैं वो कर्म मिटते नहीं। अज का दिन भी मुढ़ है, कल का दिन भी मुढ़ है, जिहड़ा बीतिया इन्हां दे विच असीं कर्म करके अपने फ्यूचर नूं सेफ कर सकते हैं, वधिया कर सकते हैं, ब्राइट कर सकते हैं। पौड़ी जिनके चित्त कठोर है से बहे न सतगुर पास, उथे सच वरतदा कूड़ियारा चित्त उदास। सो ये पौड़ी आखिरी पंक्तियां हैं इस शब्द दियां। गुरु अमरदास महाराज जी का ये शब्द है। सच्चे पातशाह जी फरमान करते हैं, जिहड़े निर्दयी हुंदे हन, जिहड़े करखत हुंदे हन, कठोर हुंदे हन, वो अपने सतगुरु कोल नहीं बहिंदे, अपने सतगुरु कोल नहीं जाते, क्योंकि उत्थे महाराज जी कहते भी सच वरतदा। उत्थे हमेशा सच की जदों गल आनी है, उत्थे इस दे गुनाह याद करवाए जाने हैं, ते इस दे जिंदगी विच जिहड़े माड़े कर्म वो दस के इस नूं मना किया जाना भी ये तू ना कर। ते ये चीज़ जिहड़ी है मनमुख नूं बिल्कुल चंगी नहीं लगदी। मनमुख कहंदा मैनूं वो चीज़ खुआई जावे जिहड़ी मेरी पसंदीदा, जिहड़ी चीज़ मैं चाहुंदा मेरे मतलब की गल कीती जाए। जे मेरे मतलब की गल ना कीती गई तो कई बार तो मनमुख कई बार लड़ भी पैंदे ने। ध्यान देना, कई बार मनमुख लड़ भी पैंदे ने। वो कहंदे आ भी आह गल सही नहीं। कोई कथा विचार मैं किते कर रहा सी बाहर कनेडा, ते उत्थे 4-5 बजुर्ग काफ़ी
ਉਹ ਆਉਂਦੇ ਹੁੰਦੇ ਸੀ ਗੱਡੀ ਤੇ। ਮੈਨੂੰ ਇੱਕ ਦਿਨ ਕਹਿੰਦੇ ਭਾਈ ਸਾਹਿਬ ਇੱਧਰ ਆਓ। ਮੈਂ ਕਿਹਾ ਹਾਂਜੀ। ਆਹ ਤੁਸੀਂ ਪੰਕਤੀ ਵਾਰ-ਵਾਰ ਨਾ ਪੜ੍ਹਿਆ ਕਰੋ। ਮੈਂ ਕਿਹਾ ਕਿਉਂ? ਇਹ ਠੀਕ ਨਹੀਂ ਲੱਗਦੀ। ਮੈਂ ਕਿਹਾ ਕਿਉਂ ਨਹੀਂ ਠੀਕ ਲੱਗਦੀ? ਮੈਨੂੰ ਕਹਿੰਦੇ ਇਹਦੇ ਅਰਥ ਦੱਸੋ। ਮੈਂ ਕਿਹਾ ਲਓ ਆਹ ਨੇ ਇਹਦੇ ਅਰਥ, ਔਰ ਇਹਦੇ ਅਰਥ ਇਹ ਹੈ ਤੇ ਮੈਂ ਇਸ ਨੂੰ ਕਿਉਂ ਨਾ ਪੜ੍ਹਾਂ। ਮੈਂ ਕਿਹਾ ਜਾਂ ਵੀ ਤੁਹਾਡੇ ਵਿੱਚ ਕਮੀ ਹੋਏਗੀ, ਠੀਕ ਹੋ ਤੁਸੀਂ ਇੱਥੇ ਦੇ ਬਹੁਤ ਵੱਡੇ ਚੌਧਰੀ ਹੋਵੋਗੇ, ਕੋਈ ਗੱਲ ਨਹੀਂ, ਪਰ ਜੋ ਬਾਣੀ ਵਿੱਚ ਲਿਖਿਆ ਮੈਂ ਉਹ ਹੁਣ ਬੰਦ ਕਰ ਦਿਆਂ ਬੋਲਣਾ? ਮੈਂ ਬੰਦ ਕਰ ਦਿਆਂ? ਕਹਿੰਦਾ ਅਸੀਂ ਵੀ ਬਹੁਤ ਵੱਡੇ ਗਿਆਨੀ ਆ, ਸਾਡੀ ਬੜੀ ਪਹੁੰਚ ਹੈ। ਇੱਦਾਂ ਡਰਾਈ ਜਾਵੇ ਮੈਨੂੰ। ਮੈਂ ਕੋਈ ਗੱਲ ਨਹੀਂ, ਪਹੁੰਚਦੇ ਮੈਂ ਕਿਹੜਾ ਇੱਥੇ ਕੋਈ ਤੁਹਾਡੇ ਕੋਲ ਕੰਮ ਕਰਾਉਣਾ? ਪਹੁੰਚ ਦੀ ਗੱਲ ਨਹੀਂ। ਇੱਥੇ ਦੇ ਜੋ ਬਾਣੀ ਕਹਿੰਦੀ ਹੈ ਨਾ ਉਹ ਤੁਹਾਨੂੰ ਸੁਣਨਾ ਪੈਣਾ। ਉਹ ਪੰਕਤੀਆਂ ਮੈਂ ਪੜ੍ਹਦਾ ਸੀ, ਇੰਦਰੀ ਕਾ ਬਲ ਥਾਕਾ, ਲੰਬੀ ਪੰਕਤੀ, ਉਹਦੀ ਮੈਂ ਵਿਆਖਿਆ ਕਰ ਰਿਹਾ ਸੀ, ਉਹਨੂੰ ਠੀਕ ਜਿਹੀ ਨਹੀਂ ਲੱਗੀ। ਤੇ ਉਹਦਾ ਅਰਥ ਬੜਾ ਡੂੰਘਾ ਸੀ। ਮੇਰੇ ਕਹਿਣ ਦਾ ਮਤਲਬ ਵੀ ਜਿਹੜਾ ਮਨਮੁਖ ਬੰਦਾ ਕਹਿੰਦਾ ਨਹੀਂ ਮੇਰੇ ਮੁਤਾਬਕ ਚੀਜ਼ ਮੈਨੂੰ ਮਿਲੇ ਤੇ ਤਾਂ ਸਹੀ ਹੈ, ਜੇ ਮੇਰੇ ਮੁਤਾਬਕ ਨਹੀਂ ਤੇ ਉਹ ਉੱਥੇ ਝਗੜਾ ਵੀ ਕਰ ਸਕਦਾ, ਬਹਿਸ ਵੀ ਕਰ ਸਕਦਾ। ਕਿਉਂ? ਉੱਥੇ ਸੱਚ ਵਰਤਦਾ, ਉੱਥੇ ਸੱਚ ਵਰਤਦਾ। ਕੂੜਿਆਰਾਂ ਚਿੱਤ ਉਦਾਸ, ਉੱਥੇ ਝੂਠ ਦੇ ਵਪਾਰੀਆਂ ਦਾ ਮਨ ਨਹੀਂ ਲੱਗਦਾ, ਨਹੀਂ ਜੁੜਦਾ, ਨਹੀਂ ਜੁੜਦਾ, ਨਹੀਂ ਜੁੜਦਾ। ਕਿਉਂਕਿ ਉੱਥੇ ਨਾਮ ਦਾ ਡੰਡਾ ਮਨੁੱਖ ਦੇ ਮਨ ਨੂੰ ਸਿੱਧਾ ਕਰਦਾ। ਬਾਣੀ ਦੀ ਪੰਕਤੀ ਹੈ, ਮਨ ਕੁੱਟੇ ਤੋਂ ਜਮ ਤੇ ਛੁੱਟੈ। ਮਨ ਨੂੰ ਸਤ ਸੰਗਤ ਵਿੱਚੋਂ ਕੁੱਟ ਪੈਂਦੀ ਹੈ, ਔਰ ਇਹ ਜਿਹੜਾ ਵਿੰਗਾ ਟੇਢਾ ਇਸ ਨੂੰ ਮਹਾਰਾਜ ਜੀ ਸਿੱਧਾ ਕਰਦੇ ਨੇ ਨਾਮ ਬਾਣੀ ਦੇ ਦੁਆਰਾ। ਸੋ ਸਤਿਗੁਰੂ ਜੀ ਫਰਮਾਨ ਕਰਦੇ ਨੇ ਗੁਰੂ ਅਮਰਦਾਸ, ਉੱਥੇ ਸੱਚ ਵਰਤਦਾ, ਕੂੜਿਆਰਾਂ ਚਿੱਤ ਉਦਾਸ। ਸੋ ਜਿਹੜੇ ਝੂਠੇ ਨੇ ਉਹਨਾਂ ਦਾ ਉੱਥੇ ਦਿਲ ਨਹੀਂ ਲੱਗਦਾ, ਔਰ ਉਹ ਕਈ ਵਾਰ ਨੁਕਸ ਵੀ ਕੱਢ ਦਿੰਦੇ ਨੇ, ਨਹੀਂ ਜੀ ਆ ਠੀਕ ਨਹੀਂ ਹੈ, ਆਹ ਨਹੀਂ ਹੈ, ਉਹ ਨਹੀਂ। ਓਏ ਵੱਲ ਛਲ ਕਰ ਝੱਤ ਕੱਢਦੇ ਫਿਰ ਜਾਏ ਬਹਿ ਕੁੜਿਆਰਾਂ ਪਾਸ। ਪਾਤਸ਼ਾਹ ਜੀ ਕਹਿੰਦੇ ਜੇ ਉਹ ਭੁੱਲ ਭੁਲੇਖੇ ਕਿਤੇ ਬਹਿ ਵੀ ਜਾਣ, ਆ ਵੀ ਜਾਣ, ਬੜੀ ਮੁਸ਼ਕਲ ਨਾਲ, ਬੜੀ ਮੁਸ਼ਕਲ ਨਾਲ ਉੱਥੇ ਉਹ ਸਮਾਂ ਜਿਹੜਾ ਹੈ ਲੰਘਾਉਂਦੇ ਨੇ ਜਾਂ ਸਮਾਂ ਬਤੀਤ ਕਰਦੇ ਨੇ। ਉਹਨਾਂ ਨੂੰ ਉੱਥੇ ਕਾਹਲੀ ਪੈਂਦੀ ਹੈ, ਉਹਨਾਂ ਨੂੰ ਉੱਥੇ ਕਾਹਲੀ ਪੈਂਦੀ ਹੈ, ਉਹਨਾਂ ਦਾ ਦਿਲ ਨਹੀਂ ਲੱਗਦਾ। ਉਹ ਉੱਥੇ ਬਹਿ ਕੇ ਬੜੀ ਮੁਸ਼ਕਲ ਨਾਲ ਕੁਝ ਪਲ, ਕੁਝ ਮਿੰਟ ਉਹ ਬਤੀਤ ਕਰਦੇ ਨੇ। ਹੋ ਸਕਦਾ ਮਜਬੂਰੀ ਦੇ ਵਿੱਚ, ਤੇ ਮਜਬੂਰੀ ਦੇ ਵਿੱਚ ਮੱਥਾ ਟੇਕਿਆ, ਮਜਬੂਰੀ ਵਿੱਚ ਕੀਰਤਨ ਕਥਾ ਕੀਤੀ, ਸੁਣੀ, ਤੇ ਮਹਾਰਾਜ ਜੀ ਕਹਿੰਦੇ ਉਹਨੂੰ ਕਹਿੰਦੇ ਨੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਉਹ ਕਿਸੇ ਕੰਮ ਨਹੀਂ ਆਉਂਦੀ। ਇਹ ਜਿਹੜਾ ਸੱਚ ਦਾ ਸੌਦਾ ਹੈ ਨਾ, ਨਾਮ ਦਾ ਸੌਦਾ, ਸੇਵਾ ਦਾ ਸੌਦਾ, ਇਹ ਤੇ ਅੰਦਰੋਂ ਪ੍ਰੀਤ ਤੇ ਪ੍ਰੇਮ ਦਾ ਸੌਦਾ। ਜੇ ਕੋਈ ਬੋਝ ਸਮਝ ਕੇ ਕੋਈ ਕਰੇਗਾ, ਚਾਹੇ ਨਿਤਨੇਮ, ਚਾਹੇ ਕਿਸੇ ਕਿਸਮ ਦੀ ਸੇਵਾ, ਉਹ ਰੰਗ ਨਹੀਂ ਲਿਆਏਗੀ, ਉਹ ਪ੍ਰਫੁੱਲਤ ਨਹੀਂ ਹੋਏਗੀ। ਰੋਜ਼ ਤੇ ਪੜ੍ਹਦੇ ਹਾਂ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਜੇ ਚਿਤ ਲਾ ਕੇ ਹੋ ਗਿਆ ਨਾ ਸਾਰਾ ਕਾਰਜ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ, ਇਹ ਇਸ ਤਰ੍ਹਾਂ ਹੋਏਗਾ। ਇਸ ਕਰਕੇ ਵਿੱਚ ਸੱਚੇ ਕੂੜ ਨਾ ਗੱਡਾਈ, ਮਨ ਵੇਖੋ ਕੋ ਨਿਰਜਾਸ। ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕੋਈ ਵੀ ਇਹ ਨਿਰਣਾ ਕਰਕੇ ਦੇਖ ਲਓ, ਜਿਹੜੇ ਸੱਚੇ ਮਨੁੱਖ ਹੁੰਦੇ ਹਨ ਉਹਨਾਂ ਦੇ ਹਿਰਦੇ ਵਿੱਚ ਝੂਠ ਨਹੀਂ ਰਹਿ ਸਕਦਾ। ਜਿਹੜੇ ਝੂਠੇ ਹੁੰਦੇ ਨੇ ਉਹਨਾਂ ਦੇ ਹਿਰਦੇ ਵਿੱਚ ਸੱਚ ਨਹੀਂ ਰਹਿ ਸਕਦਾ। ਸੋ ਝੂਠਿਆਂ ਦੇ ਅੰਦਰ ਸੱਚ ਪ੍ਰਭਾਵ ਨਹੀਂ ਪਾ ਸਕਦਾ, ਝੂਠਿਆਂ ਦੇ ਅੰਦਰ ਸੱਚ ਪ੍ਰਭਾਵ ਨਹੀਂ ਪਾ ਸਕਦਾ, ਤੇ ਸੱਚਿਆਂ ਦੇ ਅੰਦਰ ਝੂਠ ਪ੍ਰਭਾਵ ਨਹੀਂ ਪਾ ਸਕਦਾ। ਕੂੜਿਆਰ ਕੁੜਿਆਰੀ ਜਾਇ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸੋ ਇਹ ਆਖਰੀ ਪੰਕਤੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ, ਭਾਈ ਜਿੱਥੇ ਉਹਨਾਂ ਦੀ ਖੁਰਾਕ ਹੈ ਉੱਥੇ ਚਲੇ ਜਾਂਦੇ ਹਨ। ਧਿਆਨ ਦੇਣਾ, ਬਿਰਤੀ ਬਿਰਤੀ ਦੀ ਗੱਲ ਹੈ ਨਾ। ਅਸਮਾਨ ਦੇ ਵਿੱਚ ਇੱਲ ਉੜਦੀ, ਇੱਲ ਦੂਰ ਹੁੰਦੀ, ਬਹੁਤ ਦੂਰ, ਪਰ ਜਿੱਥੇ ਉਹਨੂੰ ਮਾਸ ਦਾ ਟੁਕੜਾ ਦਿਸਦਾ ਨਾ, ਉਹ ਇੱਕ ਟੱਕ ਆ ਕੇ ਉੱਥੇ ਮਾਰਦੀ, ਛਾਲ ਤੇ ਲੈ ਕੇ ਉੱਥੋਂ ਮਾਸ ਉੱਡ ਜਾਂਦੀ ਹੈ। ਕਿਸੇ ਪੰਛੀ ਨੂੰ ਨਹੀਂ,
ਉਹ ਮਾਰ ਕੇ ਲੈ ਜਾਂਦੀ, ਉਹਦਾ ਖਾਣਾ ਉਹਦਾ ਧਿਆਨ ਉਧਰ ਹੀ ਹੈ। ਤੁਸੀਂ ਬਗਲਾ ਦੇਖੋ, ਉਹ ਜਦੋਂ ਜਲ ਵਿੱਚ, ਛੱਪੜ ਵਿੱਚ, ਟੋਭੇ ਵਿੱਚ ਹੁੰਦਾ, ਦੇਖਣ ਨੂੰ ਬਹੁਤ ਭਗਤ ਲੱਗਦਾ, ਕਿਉਂਕਿ ਰੰਗ ਵੀ ਚਿੱਟਾ ਹੁੰਦਾ ਹੈ। ਤੇ ਵਿਚਾਰੇ ਦੇ ਇਸ ਰੰਗ ਦੇ ਪਿੱਛੇ ਲੱਗ ਕੇ ਕਈ ਫਸ ਜਾਂਦੇ ਨੇ, ਤੇ ਉਦੋਂ ਪਤਾ ਲੱਗਦਾ ਜਦੋਂ ਡੱਡੀ ਮੱਛੀ ਇੱਕਦਮ ਆਪਣੀ ਚੁੰਝ ਵਿੱਚ ਮਾਰ ਕੇ ਇੱਕਦਮ ਅੰਦਰ ਲੰਘਾ ਲੈਂਦਾ। ਇਸ ਕਰਕੇ ਜਿਹੜੇ ਝੂਠੇ ਨੇ, ਕੂੜਿਆਰ ਨੇ, ਉਹ ਚੁੱਪ ਕਰਕੇ ਉਧਰ ਹੀ ਭੱਜ ਕੇ ਜਾਂਦੇ ਨੇ ਜਿੱਥੋਂ ਉਹਨਾਂ ਨੂੰ ਇਹ ਖੁਰਾਕ ਮਿਲੇ। ਕੂੜਿਆਰ ਕੁੜਿਆਰੀ ਜਾਇ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਤੇ ਜਿਹੜੇ ਗੁਰੂ ਦੇ ਸੱਚੇ ਸਿੱਖ ਹੁੰਦੇ ਹਨ, ਜਿਹੜੇ ਗੁਰੂ ਦੇ ਪਿਆਰੇ ਸਿੱਖ ਹੁੰਦੇ ਹਨ, ਉਹ ਨਹੀਂ ਜਾਂਦੇ ਉਧਰ, ਉਹਨਾਂ ਨੂੰ ਵੀ ਉੱਥੋਂ ਖੁਰਾਕ ਨਹੀਂ ਮਿਲਦੀ। ਉਹ ਵੀ ਉੱਥੇ ਜਾ ਕੇ ਬਹਿੰਦੇ ਨੇ ਜਿੱਥੋਂ ਉਹਨਾਂ ਨੂੰ ਸਤ ਸੰਗ ਮਿਲਦਾ, ਜਿੱਥੋਂ ਉਹਨਾਂ ਨੂੰ ਗੁਰਬਾਣੀ ਦੀ ਕੋਈ ਸੇਧ ਮਿਲਦੀ ਹੈ, ਜਿੱਥੋਂ ਉਹਨਾਂ ਨੂੰ ਕੋਈ ਜੀਵਨ ਜਾਚ ਜਾਂ ਜੀਵਨ ਮਾਰਗ ਦਰਸ਼ਨ ਕੁਝ ਮਿਲਦਾ, ਜਾਂ ਕੁਝ ਨਾ ਕੁਝ ਕਹਿ ਲਈਏ ਵੀ ਗੁਰੂ ਦੀ ਕਿਰਪਾ ਮਿਹਰ ਪ੍ਰਾਪਤ ਹੁੰਦੀ ਹੈ, ਸ਼ਾਂਤੀ ਮਿਲਦੀ ਹੈ। ਉਹ ਉੱਥੇ ਜਾ ਕੇ ਉਹ ਹੀਰੇ ਮੋਤੀ ਚੁਣ ਕੇ ਹੰਸਾਂ ਵਾਂਗੂ ਆਪਣੇ ਘਰ ਨੂੰ ਗੁਰੂ ਦੀ ਬਖਸ਼ਿਸ਼ ਲੈ ਕੇ ਜਾਂਦੇ ਹਨ। ਸੋ ਸਾਧ ਸੰਗਤ ਜੀ, ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਮਹਾਰਾਜ ਜੀ ਨੇ ਬੜੀ ਮਿਹਰ ਕਿਰਪਾ ਕਰਕੇ ਸੇਵਾ ਲਈ ਹੈ। ਗੁਰੂ ਮਹਾਰਾਜ ਜੀ ਇਸ ਦਾ ਭਾਵ ਅਰਥ ਹਿਰਦੇ ਵਿੱਚ ਵਸਾਉਣਾ ਔਰ ਇਸ ਦੇ ਮੁਤਾਬਕ ਸਾਡਾ ਜੀਵਨ ਬਣੇ ਔਰ ਸਾਡਾ ਮਾਰਗ ਦਰਸ਼ਨ ਹੋਵੇ। ਸੋ ਇੰਨੀ ਸੇਵਾ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।